ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਇੱਕ ਨਵੀਂ ਜਮਾਤ ਦੇ ਵਿੱਚ। ਇਸ ਤੋਂ ਪਿਛਲੀਆਂ ਦੋ ਜਮਾਤਾਂ ਦੇ ਵਿੱਚ ਅਸੀਂ 3 ਦਿਨ ਦਾ ਬੇਈਮਾਨ ਕਹਾਣੀ ਜੋ ਹੈ ਕਰ ਚੁੱਕੇ ਹਾਂ ਅਤੇ ਉਸ ਦੇ ਨਾਲ ਸੰਬੰਧਿਤ ਪਾਤਰ ਉਸਾਰੀ ਵੀ ਕਰ ਚੁੱਕੇ ਹਾਂ। ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਸਵਿੰਦਰ ਸਿੰਘ ਉੱਪਲ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇੱਕ ਇਮਾਨਦਾਰ ਮਨੁੱਖ ਜੋ ਹੁੰਦਾ ਹੈ ਆਪਣੇ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਕਰਕੇ ਬੇਈਮਾਨ ਬਣਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਉਹ ਕਹਾਣੀ ਦੇ ਅੰਤ ਵਿੱਚ ਜਦ ਉਸ ਦਾ ਸੱਚ ਸਾਹਮਣੇ ਆ ਜਾਂਦਾ ਹੈ ਕਿ ਉਹ ਬੇਈਮਾਨ ਨਹੀਂ ਹੈ ਤਾਂ ਉਹ ਬੜਾ ਹੀ ਸੁੱਖ ਦਾ ਸਾਹ ਲੈਂਦਾ ਹੈ। ਇਸ ਤਰ੍ਹਾਂ ਅੱਜ ਅਸੀਂ ਉਸੇ ਕਹਾਣੀ ਦੇ ਨਾਲ ਸੰਬੰਧਿਤ ਵੱਡੇ ਪ੍ਰਸ਼ਨ ਕਰਾਂਗੇ। ਇਹਨਾਂ ਪ੍ਰਸ਼ਨਾਂ ਨੂੰ ਵੀ ਤੁਸੀਂ ਆਪਣੀ ਕਾਪੀ ਦੇ ਵਿੱਚ ਨੋਟ ਕਰਕੇ ਰੱਖ ਲੈਣਾ ਹੈ, ਕਿਉਂਕਿ ਇਹ ਜੋ ਵੱਡੇ ਪ੍ਰਸ਼ਨ ਹਨ ਪੇਪਰ ਦੇ ਵਿੱਚ ਤੁਹਾਨੂੰ 8 ਨੰਬਰ ਦਾ ਪੁੱਛੇ ਜਾ ਸਕਦੇ ਹਨ। ਜਾਂ ਤਾਂ ਪਾਤਰ ਉਸਾਰੀ ਜਾਂ ਫਿਰ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਕੋਈ ਵੱਡਾ ਪ੍ਰਸ਼ਨ ਜੋ ਹੈ ਉਹ ਆ ਸਕਦਾ ਹੈ ਕਹਾਣੀ ਨਾਲ ਸੰਬੰਧਿਤ, ਅਤੇ ਇਸ ਕਰਕੇ ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਕਰਨਾ ਜ਼ਰੂਰੀ ਹੈ। ਇਸ ਤੋਂ ਦੇਖ ਕਰ ਤੁਸੀਂ ਆਪਣੀ ਕਾਪੀ ਦੇ ਵਿੱਚ ਇਹਨਾਂ ਨੂੰ ਨੋਟ ਕਰਕੇ ਰੱਖ ਲੈਣਾ ਹੈ ਅਤੇ ਇਸ ਨੂੰ ਯਾਦ ਵੀ ਕਰਨਾ ਹੈ। ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, 3 ਦਿਨ ਦਾ ਬੇਈਮਾਨ ਕਹਾਣੀ ਕਿਸ ਮੁੱਖ ਸਮੱਸਿਆ ਨਾਲ ਸੰਬੰਧਿਤ ਹੈ? ਹੁਣ ਪ੍ਰਸ਼ਨ ਪੜ੍ਹਦੇ ਸਾਰ ਹੀ ਤੁਹਾਨੂੰ ਸਮਝ ਆ ਗਈ ਹੋਏਗੀ, ਕਿਉਂਕਿ ਅਸੀਂ ਜੋ ਕਹਾਣੀ ਹੈ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਕਿ ਇਸ ਵਿੱਚ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਹੈ ਕਿ ਇਸ ਜੋ ਕਹਾਣੀ ਹੈ ਇਹਦੇ ਵਿੱਚ ਕਿਹੜੀ ਸਮੱਸਿਆ ਨੂੰ ਸਾਨੂੰ ਦਿਖਾਇਆ ਗਿਆ ਹੈ। ਉੱਤਰ, 3 ਦਿਨ ਦਾ ਬੇਈਮਾਨ ਕਹਾਣੀ ਇੱਕ ਅਜਿਹੇ ਇਮਾਨਦਾਰ ਮਨੁੱਖ ਦੀ ਕਹਾਣੀ ਹੈ ਜੋ ਨਾ ਚਾਹੁੰਦਿਆਂ ਹੋਇਆਂ ਵੀ ਬੇਈਮਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਇਮਾਨਦਾਰ ਤੋਂ ਇਮਾਨਦਾਰ ਬੰਦੇ ਨੂੰ ਬੇਈਮਾਨ ਬਣਨ ਲਈ ਮਜਬੂਰ ਕਰ ਦਿੰਦੀਆਂ ਹਨ। ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਕੀ ਭਾਵ ਹੈ ਕਿ ਆਰਥਿਕ ਮਤਲਬ ਪੈਸੇ ਧੇਲੇ ਨਾਲ ਸੰਬੰਧਿਤ ਜੋ ਵੀ ਸਾਨੂੰ ਪਰੇਸ਼ਾਨੀਆਂ, ਤੰਗੀਆਂ ਤੁਰਸ਼ੀਆਂ ਮਤਲਬ ਪਰੇਸ਼ਾਨੀਆਂ, ਭਾਵ ਜਦੋਂ ਸਾਡਾ ਹੱਥ ਜੋ ਹੈ ਬਹੁਤ ਹੀ ਜ਼ਿਆਦਾ ਕਹਿ ਦਿੰਦੇ ਕਿ ਮੇਰਾ ਹੱਥ ਬਹੁਤ ਤੰਗ ਹੈ। ਹੱਥ ਤੰਗ ਹੋਣਾ ਭਾਵ ਪੈਸੇ ਧੇਲੇ ਦੀ ਕਮੀ ਹੋਣਾ, ਕਿ ਜਦੋਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੋ ਜਾਂਦੀ ਹੈ ਤਾਂ ਫਿਰ ਜੋ ਇਮਾਨਦਾਰ ਤੋਂ ਇਮਾਨਦਾਰ ਮਨੁੱਖ ਹੈ ਉਹ ਵੀ ਚਾਹੁੰਦਾ ਹੈ ਕਿ ਉਹ ਕਿਸੇ ਤਰੀਕੇ ਉਸਨੂੰ ਪੈਸਾ ਮਿਲ ਜਾਏ, ਚਾਹੇ ਉਸਨੂੰ ਬੇਈਮਾਨ ਹੀ ਕਿਉਂ ਨਾ ਹੋਣਾ ਪਵੇ। ਉਸ ਦੀ ਸੋਚ ਬਦਲ ਜਾਂਦੀ ਹੈ। ਇਹੀ ਕੁਝ ਇਸ ਕਹਾਣੀ ਦੇ ਨਾਇਕ ਸਤਿੰਦਰ ਨਾਲ ਹੋਇਆ ਹੈ। ਨਾਇਕ ਭਾਵ ਹੀਰੋ। ਇਸ ਕਹਾਣੀ ਦਾ ਜੋ ਮੁੱਖ ਪਾਤਰ ਹੈ ਉਹ ਸਤਿੰਦਰ ਹੈ। ਸਤਿੰਦਰ ਨਾਥ ਜੋ ਕਿ ਇੱਕ ਡਾਕਖਾਨੇ ਦੇ ਇੱਕ ਆਫਿਸ ਦੇ ਵਿੱਚ ਅਸਿਸਟੈਂਟ ਲੱਗਾ ਹੋਇਆ ਸੀ। ਉਸਦੇ ਡਾਕਖਾਨੇ ਦੇ ਖਾਤੇ ਵਿੱਚ ਸਿਰਫ 5 ਰੁਪਇਆ ਦਾ ਬਕਾਇਆ ਸੀ, ਪਰ ਜਦੋਂ ਕਾਪੀ ਉੱਤੇ ਬਕਾਇਆ ਚੜਾਉਣ ਜਾਂਦਾ ਹੈ ਤਾਂ ਡਾਕਖਾਨੇ ਵਾਲਿਆਂ ਬਕਾਇਆ ਰਕਮ 128 ਰੁਪਏ 50 ਪੈਸੇ ਚੜ੍ਹਾ ਦਿੱਤੀ ਸੀ। ਇੱਥੋਂ ਉਸਦਾ ਈਮਾਨ ਡੋਲ ਜਾਂਦਾ ਹੈ ਅਤੇ ਖੁਦ ਸੋਚਦਾ ਹੈ ਕਿ ਭਗਵਾਨ ਉਸ ਦੀ ਮਦਦ ਕਰਨ ਲਈ ਆ ਵੜਿਆ ਹੈ। ਭਾਵ ਕਿ ਜਦੋਂ ਉਸਨੂੰ ਪੈਸੇ ਦੀ ਬੜੀ ਜ਼ਰੂਰਤ ਸੀ ਤਾਂ ਉਸਨੂੰ ਖਿਆਲ ਆਉਂਦਾ ਹੈ ਕਿ ਉਸਦੇ ਕੋਲ ਇੱਕ ਡਾਕਖਾਨੇ ਦੀ ਕਾਪੀ ਸੀ ਜਿਸ ਨੂੰ ਉਸਨੇ ਕਦੇ ਵੀ ਖੋਲ੍ਹ ਕੇ ਨਹੀਂ ਦੇਖਿਆ ਸੀ। ਕਿਉਂਕਿ ਉਹਦੇ ਵਿੱਚ ਬੜੇ ਥੋੜ੍ਹੇ ਜਿਹੇ ਪੈਸੇ ਸਨ, ਸਿਰਫ 25 ਕੁ ਰੁਪਏ ਉਸਦੇ ਹਿਸਾਬ ਦੇ ਨਾਲ ਸਨ, ਅਤੇ ਉਸਨੇ ਕਿਹਾ ਕਿ ਚਲੋ ਲੋੜ ਵੇਲੇ ਅਤੇ ਜਿੰਨੇ ਵੀ ਮਿਲ ਜਾਣ ਉਹੀ ਬਹੁਤ ਹਨ, ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ। ਅਤੇ ਉਹ ਆਪਣੇ ਥੋੜ੍ਹੇ ਜਿਹੇ ਪੈਸਿਆਂ ਵਾਸਤੇ ਡਾਕਖਾਨੇ ਚਲਾ ਜਾਂਦਾ ਹੈ। ਅਤੇ ਜਦੋਂ ਉਹ ਦੇਖਦਾ ਹੈ ਡਾਕਖਾਨੇ ਜਾ ਕੇ ਤਾਂ ਡਾਕਖਾਨੇ ਦਾ ਕਲਰਕ ਉਸ ਦੀ ਕਾਪੀ ਉੱਤੇ 25 ਰੁਪਇਆਂ ਦੀ ਥਾਂ 'ਤੇ 128 ਰੁਪਏ 50 ਪੈਸੇ ਚੜ੍ਹਾ ਦਿੰਦਾ ਹੈ। ਅਤੇ ਇਹ ਵੇਖ ਕੇ ਉਹ ਬਹੁਤ ਹੈਰਾਨ ਹੁੰਦਾ ਹੈ ਪਹਿਲਾਂ ਤਾਂ, ਪਰ ਫਿਰ ਸੋਚਦਾ ਹੈ ਕਿ ਕੋਈ ਗੱਲ ਨਹੀਂ, ਹੋ ਸਕਦਾ ਹੈ ਕਿ ਪਰਮਾਤਮਾ ਮੇਰੀ ਸਹਾਇਤਾ ਕਰਨ ਵਾਸਤੇ ਆਪ ਆਇਆ ਹੈ, ਕਿਉਂਕਿ ਪੈਸਿਆਂ ਨੂੰ ਦੇਖ ਕੇ ਉਸਦਾ ਜੋ ਈਮਾਨ ਹੈ ਉਹ ਡਗਮਗਾ ਜਾਂਦਾ ਹੈ ਅਤੇ ਉਹ
ਬੇਈਮਾਨ ਹੋਣ ਵਾਸਤੇ ਮਜਬੂਰ ਹੋ ਜਾਂਦਾ ਹੈ। ਅਤੇ ਉਹ ਇਸ ਜੋ ਗਲਤ ਉਸ ਦੇ ਹਿਸਾਬ ਨਾਲ ਚੜ੍ਹੇ ਹੋਏ ਜੋ ਗਲਤ ਪੈਸੇ ਹਨ ਉਸ ਬਾਰੇ ਉਹ ਕਿਸੇ ਨੂੰ ਵੀ ਨਹੀਂ ਦੱਸਦਾ। ਇਹ ਸੀ ਇਸ ਕਹਾਣੀ ਵਿਚਲੀ ਮੁੱਖ ਸਮੱਸਿਆ। ਦੂਸਰਾ ਪ੍ਰਸ਼ਨ ਹੈ, ਕਹਾਣੀ ਵਿਚਲਾ ਨਾਇਕ ਕਿਸ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਤੋਂ ਕਿਵੇਂ ਬਾਹਰ ਆਉਂਦਾ ਹੈ। ਨਾਇਕ ਭਾਵ ਸਤਿੰਦਰਨਾਥ ਮੁੱਖ ਪਾਤਰ, ਕਿ ਜੋ ਮੁੱਖ ਪਾਤਰ ਹੈ ਉਹ ਕਿਹੜੀ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਮਾਨਸਿਕ ਵੀ ਦਿਮਾਗ ਨਾਲ ਸੰਬੰਧਿਤ, ਦੁਬਿਧਾ ਮਤਲਬ ਪਰੇਸ਼ਾਨੀ, ਕਿਹੜੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ, ਮਤਲਬ ਕਿ ਉਹਦੇ ਦਿਮਾਗ ਵਿੱਚ ਕਿਹੜੀ ਅਜਿਹੀ ਗੱਲ ਆ ਜਾਂਦੀ ਹੈ ਅਤੇ ਉਹ ਫਿਰ ਉਸ ਗੱਲ ਤੋਂ ਆਪਣੇ ਆਪ ਨੂੰ ਕਿਵੇਂ ਬਾਹਰ ਕੱਢਦਾ ਹੈ। ਉੱਤਰ, 3 ਦਿਨਾਂ ਦਾ ਬੇਈਮਾਨ ਕਹਾਣੀ ਵਿਚਲਾ ਨਾਇਕ ਨਾ ਚਾਹੁੰਦਿਆਂ ਹੋਇਆਂ ਵੀ ਬੇਈਮਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਸਿੱਟੇ ਵਜੋਂ ਉਹ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚਿਓ, ਜਿਸ ਆਦਮੀ ਨੇ ਕਦੀ ਵੀ ਕੋਈ ਬੇਈਮਾਨੀ ਨਾ ਕੀਤੀ ਹੋਵੇ ਅਤੇ ਜੇਕਰ ਉਸ ਨੂੰ ਮਜਬੂਰੀ ਵਿੱਚ ਕਦੀ ਕੋਈ ਅਜਿਹੀ ਗਲਤ ਜੋ ਹੈ ਕੰਮ ਕਰਨਾ ਪੈ ਜਾਵੇ ਤਾਂ ਫਿਰ ਉਸ ਤੋਂ ਉਸਦੀ ਆਤਮਾ ਜੋ ਹੈ ਉਸ ਨੂੰ ਹਮੇਸ਼ਾ ਹੀ ਝੰਜੋੜਦੀ ਰਹਿੰਦੀ ਹੈ। ਉਸ ਨੂੰ ਹਮੇਸ਼ਾ ਇਸੇ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਬਈ ਉਸਨੇ ਗਲਤ ਕੰਮ ਕੀਤਾ ਹੈ। ਇਸੇ ਤਰ੍ਹਾਂ ਹੀ ਇਸ ਕਹਾਣੀ ਦੇ ਨਾਇਕ ਨੇ ਕੀਤਾ। ਜਦੋਂ ਉਹ ਥੋੜ੍ਹੇ ਜਿਹੇ ਪੈਸਿਆਂ ਵਾਸਤੇ ਬੇਈਮਾਨ ਹੋਣ ਲਈ ਮਜਬੂਰ ਹੋ ਜਾਂਦਾ ਹੈ ਤਾਂ ਇਹ ਗੱਲ ਜੋ ਹੈ ਉਸਦੇ ਦਿਮਾਗ 'ਤੇ ਵਾਰ-ਵਾਰ ਜੋ ਹੈ ਆਉਂਦੀ ਰਹਿੰਦੀ ਹੈ ਦਿਮਾਗ ਵਿੱਚ ਅਤੇ ਉਸਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ। ਕਹਿੰਦੇ, ਜਿਹੜਾ ਮਨੁੱਖ ਦਿਆਨਤਦਾਰੀ ਦੇ ਦਮਗਜ਼ੇ ਮਾਰਦਾ ਨਹੀਂ ਥੱਕਦਾ, ਉਹ ਸ਼ਖਸ ਸਿਰਫ 100 ਛਿੱਲੜਾਂ ਦੀ ਮਾਮੂਲੀ ਜਿਹੀ ਰਕਮ ਲਈ ਜਲੀਲ ਹੋਣ ਲਈ ਤਿਆਰ ਹੋ ਜਾਂਦਾ ਹੈ। ਭਾਵ ਕਿ ਜਿਹੜਾ ਮਨੁੱਖ ਹੈ ਸਾਰੀ ਉਮਰ ਆਪਣੀ ਇਮਾਨਦਾਰੀ ਦੀਆਂ ਗੱਲਾਂ ਕਰਦਾ ਹੈ, ਉਹ 100 ਛਿੱਲੜਾਂ ਭਾਵ 100 ਰੁਪਇਆਂ ਦੀ ਮਾਮੂਲੀ ਜਿਹੀ ਰਕਮ ਵਾਸਤੇ ਬੇਈਮਾਨ ਹੋਣ ਲਈ ਜਾਂ ਜਲੀਲ ਹੋਣ ਲਈ ਤਿਆਰ ਹੋ ਜਾਂਦਾ ਹੈ। ਉਸ ਦੀ ਜਲਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਉਹ ਇਹ ਗੱਲ ਆਪਣੀ ਪਤਨੀ ਤੋਂ ਵੀ ਲੁਕਾ ਕੇ ਰੱਖਣ ਲਈ ਤਿਆਰ ਹੋ ਜਾਂਦਾ ਹੈ। ਆਪਣੀ ਪਤਨੀ ਤੋਂ ਲੁਕਾ ਕੇ ਰੱਖਣਾ ਵੀ ਜ਼ਰੂਰੀ ਸਮਝਦਾ ਹੈ। ਚੰਦ ਛਿੱਲਾਂ ਲਈ ਉਸ ਦੇ ਅੰਦਰ ਸ਼ੈਤਾਨ ਦਾ ਵਾਸ ਹੋ ਜਾਂਦਾ ਹੈ। ਉਸ ਦੀ ਪਤਨੀ ਨੂੰ ਉਸ ਤੋਂ ਦੂਰ ਲੈ ਕੇ ਜਾਣਾ ਚਾਹੁੰਦਾ ਹੈ। ਉਹ ਕਿੰਨੀ ਦੇਰ ਜੱਕੋ ਤੱਕੀ ਵਿੱਚ ਪਿਆ ਰਿਹਾ ਪਰ ਕੋਈ ਫੈਸਲਾ ਨਾ ਕਰ ਸਕਿਆ। ਉਹ ਅੰਤ ਵਿੱਚ ਸੋਚਦਾ ਹੈ ਕਿ ਜੇ ਸੱਚਮੁੱਚ ਮੈਂ ਇਮਾਨਦਾਰ ਹੁੰਦਾ ਤਾਂ ਉਸੇ ਵੇਲੇ ਡਾਕਖਾਨੇ ਦੇ ਬਾਊ ਨੂੰ ਸਾਰੀ ਗੱਲ ਦੱਸ ਦਿੰਦਾ। ਉਹ ਆਪਣੀ ਖੋਟੀ ਨੀਅਤ ਨੂੰ ਪਰਪੱਕ ਕਰਨ ਲਈ ਪੈਸੇ ਕਢਵਾਉਣ ਤੋਂ ਪਹਿਲਾਂ ਤਨਖਾਹ ਵਿੱਚੋਂ 100 ਰੁਪਇਆ ਜਮ੍ਹਾਂ ਕਰਵਾ ਦਿੰਦਾ ਹੈ ਤਾਂ ਕਿ ਕਲਰਕ ਦੀ ਨਜ਼ਰ ਗਲਤ ਜੋੜ 'ਤੇ ਨਾ ਪਵੇ। ਹੁਣ ਦੇਖੋ ਕਿਹੜੀ ਉਸ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਬੇਈਮਾਨ ਬਣ ਜਾਂਦਾ ਹੈ, ਪੈਸੇ ਜੋ ਉਸਦੀ ਕਾਪੀ ਦੇ ਵਿੱਚ ਵੱਧ ਲੱਗ ਜਾਂਦੇ ਹਨ ਤਾਂ ਉਹ ਇਹ ਗੱਲ ਨੂੰ ਆਪਣੀ ਪਤਨੀ ਤੋਂ ਲੁਕਾ ਕੇ ਵੀ ਰੱਖਦਾ ਹੈ। ਕਹਿੰਦਾ ਥੋੜ੍ਹੇ ਜਿਹੇ ਪੈਸਿਆਂ ਵਾਸਤੇ ਉਹਦੇ ਅੰਦਰ ਇੱਕ ਅਜਿਹਾ ਸ਼ੈਤਾਨ ਆ ਜਾਂਦਾ ਹੈ ਜੋ ਉਸਨੂੰ ਆਪਣੀ ਪਤਨੀ ਤੋਂ ਦੂਰ ਲੈ ਕੇ ਜਾਣਾ ਚਾਹੁੰਦਾ ਹੈ। ਕਿਉਂਕਿ ਉਸਨੇ ਕਦੇ ਵੀ ਕੋਈ ਗੱਲ ਆਪਣੀ ਪਤਨੀ ਤੋਂ ਨਹੀਂ ਛੁਪਾਈ ਹੁੰਦੀ, ਪਰ ਇਹ ਆਪਣੀ ਜੋ ਬੇਈਮਾਨੀ ਵਾਲੀ ਗੱਲ ਹੈ ਉਹ ਇਸ ਨੂੰ ਨਹੀਂ ਦੱਸਣਾ ਚਾਹੁੰਦਾ ਅਤੇ ਉਹ ਅੰਤ ਦੇ ਵਿੱਚ ਇਹੀ ਸੋਚਦਾ ਹੈ ਕਿ ਮੈਂ ਸੱਚਮੁੱਚ ਹੀ ਬੇਈਮਾਨ ਬਣ ਗਿਆ ਹਾਂ। ਜੇਕਰ ਮੈਂ ਇਮਾਨਦਾਰ ਹੁੰਦਾ ਮੈਂ ਉਸ ਡਾਕਖਾਨੇ ਦੇ ਬਾਊ ਨੂੰ ਹੀ ਸਾਰੀ ਗੱਲ ਦੱਸ ਦੇਣੀ ਸੀ ਅਤੇ ਉਸਨੂੰ ਆਪਣੇ ਖੋਟੀ ਨੀਅਤ ਨੂੰ ਪਰਪੱਕ ਕਰਾਉਣ ਲਈ, ਮਤਲਬ ਕਿ ਆਪਣੀ ਨੀਅਤ ਬਾਰੇ ਦੱਸਣ ਲਈ ਉਹ ਹੋਰ ਗਲਤ ਕੰਮ ਕਰਦਾ ਹੈ ਕਿ ਬੈਂਕ ਦੇ ਉਸ ਡਾਕਖਾਨੇ ਵਿੱਚ 100 ਰੁਪਇਆ ਹੋਰ ਜਮ੍ਹਾਂ ਕਰਾ ਦਿੰਦਾ ਹੈ ਤਾਂ ਕਿ ਕਿਸੇ ਦੀ ਵੀ ਉਸਦੇ ਜੋ ਪੈਸੇ ਗਲਤ ਚੜ੍ਹ ਗਏ ਸਨ ਉਹਦੇ 'ਤੇ ਨਜ਼ਰ ਨਾ ਪਵੇ। ਅੰਤ ਵਿੱਚ ਇਸ ਉਲਝਣ ਵਿੱਚੋਂ ਨਿਕਲਣ ਲਈ ਡਾਕਖਾਨੇ ਜਾ ਕੇ ਬਾਊ ਨੂੰ ਗਲਤੀ ਦਾ ਅਹਿਸਾਸ ਦਿਵਾਉਂਦਾ ਹੈ। ਬਾਊ ਨੇ ਪਾਸਬੁੱਕ ਚੰਗੀ ਤਰ੍ਹਾਂ ਜਾਂਚ ਪੜਤਾਲ ਕੇ ਦੱਸਿਆ ਕਿ ਇਹ ਗਲਤੀ 1.5 ਸਾਲ ਪਹਿਲਾਂ ਹੋਈ ਹੈ। ਉਦੋਂ ਉਸ ਦਾ ਬਕਾਇਆ ਕੱਢਣ ਵੇਲੇ 100 ਰੁਪਇਆ ਘੱਟ ਲਿਖਿਆ ਗਿਆ ਸੀ। ਮਤਲਬ ਕਿ ਹੁਣ ਦੇਖੋ
ਪਹਿਲੇ ਪਾਰਟ ਵਿੱਚ ਪੁੱਛਿਆ ਗਿਆ ਸੀ ਜੋ ਕਿ ਕਿਹੜੀ ਮਾਨਸਿਕ ਦੁਬਿਧਾ ਉਸ ਨੂੰ ਸੀ। ਉਸ ਨੂੰ ਮਾਨਸਿਕ ਦੁਬਿਧਾ ਇਹੀ ਸੀ ਕਿ ਉਹ ਜੋ ਹੈ ਬੇਈਮਾਨ ਬਣ ਗਿਆ ਸੀ, ਅਤੇ ਇਹ ਗੱਲ ਜੋ ਹੈ ਉਹ ਕਿਸੇ ਨੂੰ ਵੀ ਨਹੀਂ ਦੱਸਦਾ, ਆਪਣੀ ਪਤਨੀ ਤੋਂ ਵੀ ਛੁਪਾ ਕੇ ਰੱਖਦਾ ਹੈ। ਅਤੇ ਉਸਦੇ ਅੰਦਰ ਕੁਝ ਇੱਕ ਅਜਿਹਾ ਸ਼ੈਤਾਨ ਆ ਗਿਆ ਸੀ ਜੋ ਉਸਨੂੰ ਆਪਣੀ ਪਤਨੀ ਤੋਂ ਦੂਰ ਲੈ ਕੇ ਜਾ ਰਿਹਾ ਸੀ। ਅਤੇ ਉਹ ਆਪਣੇ ਆਪ ਵਿੱਚ ਹੀ ਸੋਚਦਾ ਹੈ ਕਿ ਜੇਕਰ ਉਹ ਇਮਾਨਦਾਰ ਹੁੰਦਾ ਤਾਂ ਪਹਿਲਾਂ ਹੀ ਡਾਕਖਾਨੇ ਦੇ ਬਾਊ ਨੂੰ ਸਾਰੀ ਗਲਤੀ ਦੱਸ ਦਿੰਦਾ, ਔਰ ਅਗਰ ਅਜਿਹਾ ਨਹੀਂ ਤਾਂ ਮੈਂ ਬੇਈਮਾਨ ਤਾਂ ਬਣ ਹੀ ਗਿਆ ਹਾਂ। ਇਸੇ ਕਰਕੇ ਉਸਨੇ ਆਪਣੀ ਬੇਈਮਾਨੀ ਦਾ ਸਬੂਤ ਦਿੰਦੇ ਹੋਏ ਦੱਸਿਆ ਕਿ 100 ਰੁਪਈਆ ਜਿਹੜਾ ਉਸਨੇ ਹੋਰ ਪੈਸੇ ਵਿੱਚ ਜਮ੍ਹਾਂ ਕਰਾ ਦਿੱਤੇ ਤਾਂ ਜੋ ਉਸਦੀ ਗਲਤੀ 'ਤੇ ਪਰਦਾ ਪੈ ਜਾਵੇ। ਹੁਣ ਦੂਸਰੇ ਇਸ ਪ੍ਰਸ਼ਨ ਦੇ ਭਾਗ ਵਿੱਚ ਪੁੱਛਿਆ ਗਿਆ ਹੈ ਕਿ ਉਹ ਇਸ ਦੁਬਿਧਾ ਚੋਂ ਜਾਂ ਇਸ ਸੰਕਟ ਵਿੱਚੋਂ ਬਾਹਰ ਕਿਵੇਂ ਨਿਕਲਦਾ ਹੈ। ਅਤੇ ਕਹਿੰਦਾ ਕਹਾਣੀ ਦੇ ਅਖੀਰ ਦੇ ਵਿੱਚ ਉਹ ਡਾਕਖਾਨੇ ਜਾ ਕੇ ਬਾਊ ਨੂੰ ਜਾਂ ਕਲਰਕ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਾਉਂਦਾ ਹੈ। ਮਤਲਬ ਕਿ ਉਹ ਉਸਨੂੰ ਕਾਪੀ ਜਾ ਕੇ ਦਿਖਾਉਂਦਾ ਹੈ ਔਰ ਦੱਸਦਾ ਹੈ ਕਿ ਦੇਖੋ ਇਹਦੇ ਵਿੱਚ ਜ਼ਿਆਦਾ ਪੈਸੇ ਲੱਗ ਗਏ ਹਨ। ਅਤੇ ਫਿਰ ਡਾਕਖਾਨੇ ਦਾ ਜੋ ਕਲਰਕ ਸੀ ਉਹ ਸਾਰਾ ਜਾਂਚ ਪੜਤਾਲ ਕਰਦਾ ਹੈ, ਦੇਖਦਾ ਹੈ ਕਿ ਕਿੱਥੇ ਗਲਤੀ ਹੋਈ ਹੈ, ਅਤੇ ਉਹ ਉਸ ਨੂੰ ਦੱਸਦਾ ਹੈ ਕਿ ਇਹ ਗਲਤੀ ਜੋ ਹੈ ਹੁਣ ਨਹੀਂ ਹੋਈ, ਇਹ ਕੋਈ ਕਾਫੀ ਸਮੇਂ ਪਹਿਲਾਂ ਪਿੱਛੇ ਹੋਈ ਸੀ, ਜਿਸ ਨੇ ਪੈਸੇ ਜੋ ਹੈ ਘੱਟ ਚੜਾਏ ਸਨ। ਹੁਣ ਉਸੇ ਗਲਤੀ ਨੂੰ ਸੁਧਾਰਿਆ ਗਿਆ ਹੈ। ਸੰਖੇਪ ਵਿੱਚ ਜੋ ਹੈ ਕਹਾਣੀ ਵਿਚਲਾ ਜੋ ਨਾਇਕ ਭਲੇ ਪੈਸੇ ਦੀ ਤੰਗੀ ਕਰਕੇ 100 ਰੁਪਏ ਪਿੱਛੇ ਬਦਨੀਤ ਹੋ ਜਾਂਦਾ ਹੈ ਅਤੇ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ, ਪਰ ਛੇਤੀ ਹੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਉਸ ਭੁੱਲ ਨੂੰ ਸੁਧਾਰ ਕਰਕੇ ਉਸ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਮਤਲਬ ਕਿ ਹੁਣ ਜੇਕਰ ਉਹ ਇਸ ਗਲਤੀ ਦੇ ਵਿੱਚ ਜਾਂ ਇਸ ਬੇਈਮਾਨੀ ਵਿੱਚ ਫਸਿਆ ਸੀ ਤਾਂ ਅੰਤ ਵਿੱਚ ਜਦੋਂ ਉਸਦਾ ਬੇਟਾ ਬਿਮਾਰ ਹੋ ਜਾਂਦਾ ਹੈ ਤਾਂ ਉਹ ਇਸ ਭੁੱਲ ਨੂੰ ਸੁਧਾਰਨ ਵਾਸਤੇ ਛੇਤੀ ਹੀ ਡਾਕਖਾਨੇ ਚਲਾ ਜਾਂਦਾ ਹੈ ਔਰ ਉਸ ਭੁੱਲ ਨੂੰ ਸੁਧਾਰ ਕੇ ਉਸ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਸੀ ਇਸ ਪ੍ਰਸ਼ਨ ਦਾ ਉੱਤਰ। ਹੁਣ ਅਸੀਂ ਤੀਸਰਾ ਪ੍ਰਸ਼ਨ ਕਰਾਂਗੇ ਕਿ ਮੱਧ ਵਰਗੀ ਪਰਿਵਾਰ ਵਿੱਚ ਮਨੁੱਖ ਕਿੰਨਾ ਆਰਥਿਕ ਤੰਗੀਆਂ ਦਾ ਸ਼ਿਕਾਰ ਹੁੰਦਾ ਹੈ। ਉੱਤਰ, ਮੱਧ ਵਰਗੀ ਪਰਿਵਾਰ ਵਿੱਚ ਮਨੁੱਖ ਅਨੇਕ ਆਰਥਿਕ ਤੰਗੀਆਂ ਦਾ ਸ਼ਿਕਾਰ ਰਹਿੰਦਾ ਹੈ। ਉਸ ਨੂੰ ਆਰਥਿਕ ਤੰਗੀਆਂ ਸਤਾਉਂਦੀਆਂ ਰਹਿੰਦੀਆਂ ਹਨ। ਉਸ ਨੂੰ ਆਪਣਾ ਸਿਰ ਝੁਕਾਉਣ ਲਈ ਮਕਾਨ ਦੀ ਉਸਾਰੀ ਲਈ ਕਰਜ਼ਾ ਲੈਣਾ ਪੈਂਦਾ ਹੈ, ਪਰ ਜਦੋਂ ਪੈਸਾ ਲਗਭਗ ਖਤਮ ਹੋ ਜਾਂਦਾ ਹੈ ਤਾਂ ਆਰਥਿਕ ਤੰਗੀ ਉਸ ਨੂੰ ਸਤਾਉਣ ਲੱਗਦੀ ਹੈ। ਮਕਾਨ ਨੂੰ ਅੱਧ-ਪਚੱਧਾ ਛੱਡਣਾ ਵੀ ਉਸ ਲਈ ਨਮੋਸ਼ੀ ਦੀ ਗੱਲ ਹੁੰਦੀ ਹੈ। ਮੱਧ ਵਰਗੀ ਪਰਿਵਾਰ ਵਿੱਚ ਮਨੁੱਖ ਦੀਆਂ ਖਾਲੀ ਹੋ ਚੁੱਕੀਆਂ ਜੇਬਾਂ ਉਸ ਨੂੰ ਪਰੇਸ਼ਾਨੀ ਵਿੱਚ ਪਾ ਦਿੰਦੀਆਂ ਹਨ। ਵਿਆਜ, ਮਕਾਨ ਅਤੇ ਮੁਕੱਦਮੇ ਵਿੱਚ ਫਸੇ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਇੰਨੇ ਪਰੇਸ਼ਾਨ ਹੋ ਜਾਂਦੇ ਹਨ ਕਿ ਉਹ ਨਾ ਅੱਗੇ ਦੇ ਰਹਿੰਦੇ ਹਨ ਅਤੇ ਨਾ ਪਿੱਛੇ ਦੇ। ਆਰਥਿਕ ਤੰਗੀ ਕਾਰਨ ਇਮਾਨਦਾਰੀ ਦੀਆਂ ਡਿੰਗਾਂ ਮਾਰਨ ਵਾਲਾ 100 ਰੁਪਏ ਪਿੱਛੇ ਬੇਈਮਾਨ ਬਣ ਜਾਂਦਾ ਹੈ। ਭਾਵ ਕੀ ਹੈ ਇਸ ਆਨਸਰ ਵਿੱਚ ਦੱਸਿਆ ਗਿਆ ਕਿ ਜੋ ਇੱਕ ਮਿਡਲ ਕਲਾਸ ਦੇ ਲੋਕ ਹੁੰਦੇ ਹਨ ਤਾਂ ਉਹ ਅਨੇਕਾਂ ਤਰ੍ਹਾਂ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀਆਂ ਜੋ ਪਰੇਸ਼ਾਨੀਆਂ ਇਹੋ ਜਿਹੀਆਂ ਹਨ ਉਹ ਆਉਂਦੀਆਂ ਹੀ ਰਹਿੰਦੀਆਂ ਹਨ। ਕਹਿੰਦੇ ਉਹਨਾਂ ਨੂੰ ਆਪਣਾ ਸਿਰ ਲੁਕਾਉਣ ਲਈ ਜਦੋਂ ਮਕਾਨ ਬਣਾਉਣਾ ਹੁੰਦਾ ਹੈ ਅਤੇ ਜਦੋਂ ਮਕਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹਦੇ ਕੋਲ ਇੰਨਾ ਪੈਸਾ ਹੁੰਦਾ ਨਹੀਂ ਤਾਂ ਉਸ ਨੂੰ ਬਣਾਉਣ ਵਾਸਤੇ ਉਹ ਕਰਜ਼ਾ ਲੈਂਦਾ ਹੈ। ਹੁਣ ਕਰਜ਼ਾ ਲੈ ਕੇ ਜਦੋਂ ਉਸ ਦਾ ਪੈਸਾ ਲਗਭਗ ਖਤਮ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਪਰੇਸ਼ਾਨੀਆਂ ਸਤਾਉਣ ਲੱਗ ਪੈਂਦੀਆਂ ਹਨ। ਕਿਉਂਕਿ ਨਾ ਤਾਂ ਉਹ ਮਕਾਨ ਨੂੰ ਵਿੱਚੇ ਛੱਡ ਸਕਦਾ ਹੈ ਅਤੇ ਪੂਰਾ ਕਰਨ ਵਾਸਤੇ ਉਹਦੇ ਕੋਲ ਪੈਸਾ ਨਹੀਂ ਹੁੰਦਾ। ਇਸ ਕਰਕੇ ਉਹ ਬੜੀਆਂ ਹੀ ਪਰੇਸ਼ਾਨੀਆਂ ਦੇ ਵਿੱਚ ਘਿਰ ਜਾਂਦਾ ਹੈ। ਕਹਿੰਦਾ ਇਹਦੇ ਵਿੱਚ ਦੱਸਿਆ ਗਿਆ ਕਿ ਜੋ ਮਿਡਲ ਕਲਾਸ ਦੇ ਲੋਕ ਹਨ ਉਹਨਾਂ ਦੀਆਂ ਜੇਬਾਂ ਜਿਹੜੀਆਂ ਖਾਲੀ ਜਦੋਂ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਦੇਖੋ ਇਹੋ ਜਿਹੀਆਂ ਜਿਹੜੀਆਂ ਪਰੇਸ਼ਾਨੀਆਂ ਮੇਨ ਮਿਡਲ ਕਲਾਸ ਜਾਂ ਮੱਧ ਵਰਗੀ ਲੋਕਾਂ ਨੂੰ ਹੀ ਕਿਉਂ ਆਉਂਦੀਆਂ ਹਨ, ਇਸ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਜੋ ਤਾਂ ਹਾਈ ਕਲਾਸ ਹਨ ਉਹਨਾਂ ਦੇ ਕੋਲ ਤਾਂ ਪੈਸੇ ਦੀ ਕੋਈ ਕਮੀ ਹੀ ਨਹੀਂ ਹੁੰਦੀ। ਇਸ ਕਰਕੇ
ਉਹਨਾਂ ਨੂੰ ਅਜਿਹੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਉਹ ਬੜੇ ਹੀ ਆਰਾਮ ਨਾਲ ਆਪਣੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਹਨ ਉਹ ਪੂਰੀਆਂ ਕਰ ਲੈਂਦੇ ਹਨ। ਅਤੇ ਜੋ ਨਿਮਨ ਵਰਗ ਦੇ ਲੋਕ ਹਨ, ਭਾਵ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਹਨ ਜਾਂ ਗਰੀਬ ਲੋਕ ਹਨ, ਅਤੇ ਉਹ ਆਪਣੇ ਜੋ ਹੈ ਅਜਿਹੇ ਸੁਪਨੇ ਹੀ ਨਹੀਂ ਸਜਾਉਂਦੇ ਜੋ ਪੂਰੇ ਨਹੀਂ ਹੋ ਸਕਦੇ, ਭਾਵ ਕਿ ਉਹ ਜੋ ਹੈ ਆਪਣੀ ਸ਼ਾਨੋ ਸ਼ੌਕਤ ਦਿਖਾਉਣ ਵਾਸਤੇ ਅਜਿਹਾ ਕੁਝ ਨਹੀਂ ਕਰਦੇ, ਕਿਉਂਕਿ ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਹੈ। ਉਹ 2 ਵਕਤ ਦੀ ਰੋਟੀ ਦੇ ਝਮੇਲਿਆਂ ਵਿੱਚੋਂ ਹੀ ਬਾਹਰ ਨਹੀਂ ਨਿਕਲ ਪਾਉਂਦੇ, ਅਤੇ ਬਾਕੀ ਹੋਰ ਚੀਜ਼ਾਂ ਬਾਰੇ ਸੋਚਣਾ ਤਾਂ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ। ਹੁਣ ਬਚੀ ਇੱਕ ਮਿਡਲ ਕਲਾਸ ਫੈਮਿਲੀ, ਮਿਡਲ ਕਲਾਸ ਲੋਕ, ਮੱਧ ਵਰਗੀ ਲੋਕ, ਜੋ ਕਿ ਆਪਣੀਆਂ ਸਾਰੀਆਂ ਐਸ਼ਾਂ ਉਮੀਦਾਂ ਜੋ ਵੀ ਹਨ ਪੂਰੀਆਂ ਵੀ ਕਰਨੀਆਂ ਚਾਹੁੰਦੇ ਹਨ, ਪਰ ਉਹਨਾਂ ਉਮੀਦਾਂ ਜਾਂ ਉਹਨਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਵੀ ਨਹੀਂ ਹੁੰਦਾ, ਅਤੇ ਹੁਣ ਉਹ ਸਮਾਜ ਵਿੱਚ ਆਪਣਾ ਸਥਾਨ ਵੀ ਬਣਾਉਣਾ ਚਾਹੁੰਦੇ ਹਨ, ਅਤੇ ਉਸ ਸਮਾਜ ਦੇ ਵਿੱਚ ਆਪਣਾ ਸਥਾਨ ਬਣਾਉਣ ਵਾਸਤੇ ਫਿਰ ਉਹ ਕੀ ਕਰਦੇ ਹਨ, ਸਰਕਾਰ ਤੋਂ ਜਾਂ ਕਿਤੋਂ ਵੀ ਕਰਜ਼ਾ ਲੈ ਕੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਅਤੇ ਅਜਿਹਾ ਲਿਆ ਹੋਇਆ ਕਰਜ਼ਾ ਉਮਰ ਭਰ ਉਹਨਾਂ ਲੋਕਾਂ ਨੂੰ ਸਤਾਉਂਦਾ ਹੈ। ਇਹ ਮੱਧ ਵਰਗੀ ਪਰਿਵਾਰਾਂ ਦੀ ਬਹੁਤ ਵੱਡੀ ਤਰਾਸਦੀ ਹੈ, ਜੋ ਕਿ ਨਾ ਚਾਹੁੰਦਿਆਂ ਹੋਇਆਂ ਵੀ ਕਰਜ਼ੇ ਦੇ ਹੇਠਾਂ ਦਬ ਜਾਂਦੇ ਹਨ, ਜਦੋਂ ਕਿ ਇਹ ਆਮ ਕਿਹਾ ਜਾਂਦਾ ਹੈ ਕਿ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ, ਪਰ ਜੋ ਹੈ ਮੱਧ ਵਰਗੀ ਪਰਿਵਾਰ ਆਪਣੀ ਜੋ ਹੈ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਇਸ ਤਰ੍ਹਾਂ ਦੇ ਕਰਜ਼ਿਆਂ ਦੇ ਹੇਠ ਆ ਜਾਂਦੇ ਹਨ। ਇਹ ਸਭ ਕੁਝ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਤਿੰਦਰ ਨਾਥ ਜੋ ਹੈ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਆਪਣਾ ਮਕਾਨ ਬਣਾਉਣ ਲਈ ਕਰਜ਼ਾ ਲੈਂਦਾ ਹੈ, ਅਤੇ ਫਿਰ ਉਸ ਕੋਲ ਜਦੋਂ ਉਹ ਕਰਜ਼ੇ ਵਾਲਾ ਪੈਸਾ ਵੀ ਖਤਮ ਹੋ ਜਾਂਦਾ ਹੈ ਤਾਂ ਉਹ ਕਿਸ ਤਰ੍ਹਾਂ ਬੇਈਮਾਨ ਬਣਨ ਲਈ ਮਜਬੂਰ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਤਿੰਨੋਂ ਅਭਿਆਸੀ ਪ੍ਰਸ਼ਨ ਵੱਡੇ ਹਨ, ਅਤੇ ਇਸ ਤੋਂ ਇਲਾਵਾ ਹੋਰ ਵੀ ਕੁਐਸਚਨ ਜੋ ਹੈ ਤੁਹਾਨੂੰ ਪੇਪਰ ਵਿੱਚ ਪੁੱਛੇ ਜਾ ਸਕਦੇ ਹਨ, ਜਿਸ ਤਰ੍ਹਾਂ ਕਹਾਣੀ ਦਾ ਵਿਸ਼ਾ ਵਸਤੂ ਦੱਸੋ, ਕਹਾਣੀ ਦਾ ਉਦੇਸ਼ ਕੀ ਹੈ। ਤਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਵਾਸਤੇ ਵੀ ਤੁਸੀਂ ਕਹਾਣੀ ਦੇ ਅਨੁਸਾਰ ਹੀ ਮਤਲਬ ਆਨਸਰ ਦੇਣਾ ਹੈ, ਉੱਤਰ ਦੇਣਾ ਹੈ। ਜੇਕਰ ਵਿਸ਼ਾ ਵਸਤੂ ਪੁੱਛਿਆ ਗਿਆ ਹੈ ਤਾਂ ਫਿਰ ਤੋਂ ਇਹ ਜੋ ਕਹਾਣੀ ਹੈ ਤੁਸੀਂ ਬਹੁਤ ਸੰਖੇਪ ਕਰਕੇ ਲਿਖ ਦੇਣੀ ਹੈ। ਅਗਰ ਉਦੇਸ਼ ਪੁੱਛਿਆ ਜਾਵੇ ਤਾਂ ਉਦੇਸ਼ ਜਾਂ ਜੋ ਉੱਤਰ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਦੇ ਦੇਣਾ ਹੈ ਕਿ ਇਸ ਕਹਾਣੀ ਦਾ ਉਦੇਸ਼ ਇਹ ਹੈ ਕਿ ਲੋਕਾਂ ਨੂੰ ਮੱਧ ਵਰਗੀ ਪਰਿਵਾਰ ਦੀਆਂ ਮੁਸੀਬਤਾਂ ਤੋਂ ਜਾਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇ, ਅਤੇ ਫਿਰ ਉਹ ਸਾਰੀ ਸਤਿੰਦਰ ਨਾਥ ਵਾਲੀ ਕਹਾਣੀ ਜੋ ਹੈ ਤੁਸੀਂ ਲਿਖ ਦੇਣੀ ਹੈ। ਭਾਵ ਇਹ ਹੈ ਕਿ ਜੋ ਸਾਰੇ ਪ੍ਰਸ਼ਨ ਹਨ ਤਕਰੀਬਨ ਉਸ ਕਹਾਣੀ ਦੇ ਆਧਾਰ 'ਤੇ ਮਤਲਬ ਉਹ ਕਹਾਣੀ ਹੀ ਵਿੱਚ ਹਰ ਜਗ੍ਹਾ ਆ ਜਾਂਦੀ ਹੈ। ਇਸ ਲਈ ਤੁਸੀਂ ਸਾਰੀ ਕਹਾਣੀ ਨੂੰ ਜੇਕਰ ਚੰਗੀ ਤਰ੍ਹਾਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ, ਤਾਂ ਤੁਸੀਂ ਇਹ ਸਾਰੇ ਪ੍ਰਸ਼ਨ ਜੋ ਹੈ ਬੜੀ ਆਸਾਨੀ ਦੇ ਨਾਲ ਲਿਖ ਸਕੋਗੇ ਅਤੇ ਪੇਪਰ ਦੇ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕੋਗੇ। ਹੁਣ ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਆਪਣੀ ਕਾਪੀ ਦੇ ਵਿੱਚ ਨੋਟ ਕਰਕੇ ਰੱਖ ਲੈਣਾ ਹੈ, ਅਤੇ ਦਿੱਤੀ ਹੋਈ ਅਸਾਈਨਮੈਂਟ ਤੁਸੀਂ ਮੈਨੂੰ ਭੇਜੋਗੇ। ਧੰਨਵਾਦ।